ਆਪ ਜੀ ਲਈ ਹਾਜ਼ਰ ਹੈ ਤੇ ਅੱਜ ਦੇ ਤੂੰ ਹੀ ਤੂੰ ਦੇ ਪ੍ਰੋਗਰਾਮ ਵਿੱਚ ਅਸੀਂ ਆਪ ਜੀ ਨੂੰ ਮਿਲਾਵਾਂਗੇ ਇੱਕ ਉਸ ਸ਼ਖਸੀਅਤ ਨੂੰ ਜੋ ਜਰਮਨ ਦੇ ਵਿੱਚ ਰਹਿੰਦੇ ਹਨ ਔਰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਉਹ ਲਿਖੀਆਂ ਹਨ, ਜਿੱਥੇ ਘਰੇਲੂ ਕੰਮ ਕਰਦੇ ਹਨ, ਆਪਣਾ ਘਰੇਲੂ ਜੀਵਨ ਗ੍ਰਸਤੀ ਜੀਵਨ ਬਿਤਾਉਂਦੇ ਹਨ, ਪਰਿਵਾਰਕ ਜੀਵਨ ਬਿਤਾਉਂਦੇ ਹਨ, ਉੱਥੇ ਹਰ ਸਮੇਂ ਆਪਣੀ ਲਗਨ ਕਿਸੇ ਨਾ ਕਿਸੇ ਤਰੀਕੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜੀ ਰੱਖਦੇ ਹਨ। ਆਪ ਜੀ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ 52 ਕਵੀ ਰੱਖੇ ਸੀ ਔਰ ਹਰ ਸਮੇਂ ਗੁਰੂ ਸਾਹਿਬ ਉਹਨਾਂ ਦੇ ਮੁਕਾਬਲੇ ਕਰਾਉਂਦੇ ਸੀ ਅਤੇ ਉਹਨਾਂ ਦਾ ਸਤਿਕਾਰ ਵੀ ਕਰਦੇ ਸੀ। ਬਣਦੇ ਇਨਾਮ ਵੀ ਉਹਨਾਂ ਨੂੰ ਦਿੱਤੇ ਜਾਂਦੇ ਸੀ। ਜਿੱਥੇ ਬਾਕੀ ਮੁਕਾਬਲੇ ਹੁੰਦੇ ਸੀ, ਕੋਈ ਗੱਤਕਾ ਖੇਡਦਾ ਸੀਗਾ, ਕੋਈ ਰੇਸਾਂ ਲਾਉਂਦਾ ਸੀਗਾ, ਕੋਈ ਕੁਸ਼ਤੀਆਂ ਕਰਦਾ ਸੀ, ਉਸ ਦੇ ਨਾਲ ਨਾਲ ਹੀ ਇਹ ਜਿਹੜੇ ਕਲਮ ਦੇ ਧਨੀ ਉਹਨਾਂ ਦੇ ਮੁਕਾਬਲੇ ਹੁੰਦੇ ਸੀ, ਕਿਉਂਕਿ ਯੁੱਧ ਜਿੱਤਣ ਵਾਸਤੇ ਜਿੱਥੇ ਤਲਵਾਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਉੱਥੇ ਨਾਲ ਨਾਲ ਹੀ ਜਿਹੜੀ ਕਲਮ ਆ ਇਹਦੀ ਵੀ ਬਹੁਤ ਲੋੜ ਆ। ਅਤੇ ਕਲਮਾਂ ਦੇ ਨਾਲ ਉਹ ਸ਼ਬਦਾਂ ਨੂੰ ਬੰਦ ਕਰਨਾ ਆਪਣੀਆਂ ਕਵਿਤਾਵਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਗੀਤਾਂ ਦੇ ਵਿੱਚ, ਇਹ ਵੀ ਇੱਕ ਬਹੁਤ ਵੱਡੀ ਕਲਾ ਹੈ ਕਿ ਆਪਣੇ ਮਨ ਦੇ ਵਿੱਚੋਂ, ਆਪਣੇ ਦਿਮਾਗ ਦੇ ਵਿੱਚੋਂ, ਦਿਲ ਦੇ ਵਿੱਚੋਂ ਉਸ ਧੁਨੀ ਨੂੰ ਕੱਢ ਕੇ ਬਾਹਰ ਕਲਮ ਦੇ ਨਾਲ ਪੇਪਰ 'ਤੇ ਲੈ ਕੇ ਆਉਣਾ ਇੱਕ ਬਹੁਤ ਵੱਡੀ ਕਲਾ ਹੈ। ਅਤੇ ਤੂੰ ਹੀ ਤੂੰ ਦੇ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਉਹ ਜਿਹੜੀ ਕਲਾ ਹੈ ਉਹ ਕਿੱਥੋਂ ਆਈ, ਕਿੱਦਾਂ ਧੁਨੀ ਪੈਦਾ ਕਰਦੇ ਹਨ, ਕਿੱਦਾਂ ਉਹ ਸੋਚਦੇ ਹਨ, ਉਹ ਇਹਨਾਂ ਤੋਂ ਜਾਣਨਾ ਚਾਹਾਂਗੇ। ਜੱਸੀ ਜੀ ਖਾਲਸਾ ਜੋ ਜਰਮਨ ਦੇ ਵਿੱਚ ਰਹਿੰਦੇ ਹਨ, ਹੰਬਰਗ ਦੇ ਵਿੱਚ, ਤਾਂ ਕੁਦਰਤ ਨੇ ਅੱਜ ਸਬੱਬ ਬਣਾਇਆ ਕਿ ਅਸੀਂ ਇਹਨਾਂ ਦੇ ਕੋਲ ਇੱਥੇ ਆਏ ਹਾਂ, ਕਿਉਂਕਿ ਇਹਨਾਂ ਦੇ ਕਾਫੀ ਸਾਰੀਆਂ ਕਵਿਤਾਵਾਂ ਅਸੀਂ ਜਿਹੜੀਆਂ ਮੀਡੀਆ ਪੰਜਾਬ ਦੇ ਵਿੱਚ ਰਜਿਸਟਰਡ ਹਨ, ਕੋਈ 150-200 ਦੇ ਕਰੀਬ ਕਵਿਤਾਵਾਂ ਨੇ ਲਿਖੀਆਂ, ਅਤੇ ਅਸੀਂ ਸੋਚਿਆ ਕਿ ਆ ਕੇ ਇਹਨਾਂ ਦਾ ਇੰਟਰਵਿਊ ਲਈਏ ਅਤੇ ਇਹਨਾਂ ਦੇ ਨਾਲ ਤੂੰ ਹੀ ਤੂੰ ਦੇ ਪ੍ਰੋਗਰਾਮ ਵਿੱਚ ਸਾਂਝ ਪਾਈਏ। ਅਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਫਤਿਹ ਬੁਲਾਉਂਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਹੀ ਤੂੰ ਦੇ ਪ੍ਰੋਗਰਾਮ ਵਿੱਚ ਆਪ ਜੀ ਦਾ ਸਵਾਗਤ ਹੈ। ਤੋ ਅਸੀਂ ਆਪ ਜੀ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਿਹੜੀ ਲਗਨ ਦੇ ਨਾਲ ਤੁਸੀਂ ਕਵਿਤਾਵਾਂ ਲਿਖਦੇ ਹੋ, ਇਹ ਕਦੋਂ ਤੋਂ ਤੁਹਾਨੂੰ ਇਹ ਲਗਨ ਲੱਗੀ ਅਤੇ ਕਿੱਦਾਂ ਲੱਗੀ, ਅਤੇ ਇਹਦੇ ਪਿੱਛੇ ਕੀ ਰਾਜ ਆ? ਕਿਉਂਕਿ ਦਿਮਾਗ, ਅੱਖਾਂ, ਹੱਥ ਪੈਰ ਤਾਂ ਹਰ ਕਿਸੇ ਨੂੰ ਵਾਹਿਗੁਰੂ ਨੂੰ ਦਿੱਤੇ ਆ, ਪਰ ਇਹ ਜਿਹੜੀ ਕਲਾ ਆ ਇਹ ਕਿਸੇ ਕਿਸੇ ਦੇ ਉੱਤੇ ਬਖਸ਼ਿਸ਼ ਹੁੰਦੀ ਆ। ਤੁਸੀਂ ਕਦੋਂ ਤੋਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਜਾਂ ਕਦੋਂ ਤੋਂ ਤੁਹਾਨੂੰ ਇਸ ਚੀਜ਼ ਦੇ ਵਿੱਚ ਰੁਚੀ ਆਈ? ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਜਿਵੇਂ ਤੁਹਾਡੀ ਗੱਲਬਾਤ ਤੋਂ ਮੈਨੂੰ ਪਤਾ ਲੱਗਦਾ ਹੈ ਕਿ ਤੁਸੀਂ ਮੇਰੀਆਂ ਕਵਿਤਾਵਾਂ ਪੜ੍ਹਦੇ ਹੋ, ਸੁਣਦੇ ਹੋ, ਅਤੇ ਦੂਸਰਾ ਅੱਜ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ, ਮੈਨੂੰ ਸੰਗਤਾਂ ਦੇ ਸਾਹਮਣੇ ਪੇਸ਼ ਕਰਨ ਦਾ ਉਪਰਾਲਾ ਕਰ ਰਹੇ ਹੋ। ਇਸ ਕਰਕੇ ਮੈਂ ਆਪ ਦਾ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਬਹੁਤ ਬਹੁਤ ਮੈਂ ਆਪ ਜੀ ਦਾ ਸ਼ੁਕਰਗੁਜ਼ਾਰ ਹਾਂ। ਤੁਸੀਂ ਮੈਨੂੰ ਸੰਗਤਾਂ ਦੇ ਸਾਹਮਣੇ ਪੇਸ਼ ਕਰੋਗੇ। ਜਿਹੜੀ ਕਵਿਤਾਵਾਂ ਦੀ ਗੱਲ ਹੈ, ਦੁਨੀਆ ਦੇ ਵਿੱਚ ਕੋਈ ਵੀ ਐਸਾ ਇਨਸਾਨ ਨਹੀਂ ਜਿਹਦੇ ਵਿੱਚ ਗੁਣ ਨਹੀਂ ਹੁੰਦੇ। ਹਰ ਇਨਸਾਨ ਨੂੰ ਪਰਮਾਤਮਾ ਨੇ ਕੁਝ ਨਾ ਕੁਝ ਗੁਣ ਦਿੱਤਾ ਹੁੰਦਾ ਹੈ, ਜਿਹਦੇ ਸਹਾਰੇ ਉਹਨੇ ਜ਼ਿੰਦਗੀ ਗੁਜ਼ਾਰਨੀ ਹੁੰਦੀ ਹੈ। ਕੋਈ ਗਾਇਕ ਹੈ, ਕੋਈ ਕਵੀ ਹੈ, ਕੋਈ ਖਿਡਾਰੀ ਹੈ, ਕੋਈ ਪਹਿਲਵਾਨ ਹੈ, ਕੋਈ ਚਿੱਤਰਕਾਰ ਹੈ, ਹਾਂਜੀ, ਕੋਈ ਆਪਣੇ ਧਰਮ ਦੀ ਸੇਵਾ ਕਰ ਰਿਹਾ, ਜਿਵੇਂ ਤੁਸੀਂ ਖੁਦ ਕਰ ਰਹੇ ਹੋ। ਹਾਂਜੀ, ਤੁਸੀਂ ਜੋ ਲੋਕਾਂ ਦੇ ਬੱਚਿਆਂ ਨੂੰ ਕੈਂਪਾਂ ਰਾਹੀਂ ਜਾਂ ਸਾਰੇ ਦੇਸ਼ਾਂ, ਮੈਂ ਹੁਣ ਤੁਹਾਡੇ ਅਖਬਾਰਾਂ ਦੇ ਵਿੱਚ ਤੁਹਾਡਾ ਜ਼ਿਕਰ ਮੈਂ ਪੜ੍ਹਦਾ ਹੀ ਰਹਿੰਦਾ, ਅਤੇ ਤੁਸੀਂ ਵੀ ਬਹੁਤ ਹੀ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਉਪਰਾਲੇ ਕਰ ਰਹੇ ਹੋ। ਅਤੇ ਹਰ ਇਨਸਾਨ ਜਿਹੜਾ ਉਹ ਸਮਾਜ ਦੇ ਵਿੱਚ ਜੀਂਦਾ, ਉਹ ਚਾਹੁੰਦਾ ਹੈ ਕਿ ਉਹ ਕੁਝ ਨਾ ਕੁਝ, ਉਹ ਇਸ ਦੁਨੀਆ ਦੇ ਉੱਤੇ ਆਇਆ ਹੈ, ਕੁਝ ਨਾ ਕੁਝ ਇਸ ਸਮਾਜ ਨੂੰ ਉਹਦਾ ਫਰਜ਼ ਬਣਦਾ ਹੈ ਕਿ ਉਹ ਕੁਝ ਪੇਸ਼ ਕਰੇ। ਸਤਸੰਗ ਜੀ, ਭਾਈ ਸਾਹਿਬ ਨੇ ਆਪਣੇ ਤਰੀਕੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ
ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਗੀਆਂ ਕਿ ਹਰ ਇਨਸਾਨ ਦੇ ਵਿੱਚ ਮਾੜੇ ਤੋਂ ਮਾੜੇ ਇਨਸਾਨ ਦੇ ਵਿੱਚ ਵੀ ਕੋਈ ਨਾ ਕੋਈ ਚੰਗੇ ਗੁਣ ਹੁੰਦੇ ਆ। ਤੇ ਇਹ ਜਿਹੜੇ ਗੁਣ ਆ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੀ ਬਚਪਨ ਤੋਂ ਹੀ ਉਹਦੇ ਖੂਨ ਦੇ ਵਿੱਚ ਕੋ ਜਾਂ ਪਹਿਲੇ ਪੂਰਬਲੇ ਕਰਮਾਂ ਦੇ ਹਿਸਾਬ ਦੇ ਨਾਲ ਉਹਦੇ ਕੋਲ ਆਏ ਹੁੰਦੇ ਆ, ਜਿਹੜੇ ਉਹਨੂੰ ਵਿਰਸੇ ਵਿੱਚ ਮਿਲੇ ਹੁੰਦੇ ਆ। ਇੱਕ ਹੁੰਦਾ ਜਿਹੜਾ ਉਹਨੇ ਬਾਅਦ ਦੇ ਵਿੱਚ ਕੋਈ ਗ੍ਰਹਿਣ ਕਰਨਾ ਜਾਂ ਪੜ੍ਹਨਾ ਜਾਂ ਸਿੱਖਣਾ, ਪਰ ਕੁਛ ਗੱਲਾਂ ਵਿਰਸੇ ਦੇ ਵਿੱਚ ਖੂਨ ਦੇ ਵਿੱਚ ਰਚ ਕੇ ਬੰਦੇ ਕੋਲ ਆਉਂਦੀਆਂ। ਜਿੱਦਾਂ ਕਦੀ ਕਿਸੇ ਨੇ ਕਿਸੇ ਕੋਲ ਜਾ ਕੇ ਕੋਈ ਕਵਿਤਾ ਨਹੀਂ ਸਿੱਖੀ, ਪਰ ਉਹ ਕਵਿਤਾ ਗਾਉਣ ਲੱਗ ਪੈਂਦਾ, ਬਚਪਨ ਤੋਂ ਹੀ ਉਹਨੂੰ ਸ਼ੌਂਕ ਲੱਗ ਜਾਂਦਾ। ਜਾਂ ਐਸਾ ਕਿਸੇ ਨੇ ਕਿਸੇ ਕੋਲ ਦੌੜਨਾ ਜਾਂ ਫੁੱਟਬਾਲ ਖੇਡਣਾ ਜਾਂ ਕੋਈ ਹੋਰ ਗੇਮਾਂ ਇੱਦਾਂ ਨਹੀਂ ਸਿੱਖੀਆਂ, ਪਰ ਉਹਦੇ ਵਿੱਚ ਪਹਿਲਾਂ ਐਸੀ ਕੋਈ ਕਲਾ ਜਿਹੜੀ ਆ ਉਹ ਵਰਤੀ ਹੁੰਦੀ ਆ। ਇਹ ਸਾਰਾ ਕੁਝ ਜੋ ਕੁਝ ਵੀ ਹੁੰਦਾ, ਜਿਹੜੇ ਸਾਡੇ ਪੂਰਬਲੇ ਕਰਮ ਹੁੰਦੇ ਆ ਉਹਨਾਂ ਦੇ ਹਿਸਾਬ ਦੇ ਨਾਲ ਸਾਨੂੰ ਨਹੀਂ ਪਤਾ ਲੱਗਦਾ, ਪਰ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੁੰਦਾ ਕਿ ਉਹਨੇ ਉਸ ਬੱਚੇ ਨੂੰ ਜਾਂ ਉਸ ਇਨਸਾਨ ਨੂੰ ਕਿਹੜੀ ਜਗ੍ਹਾ 'ਤੇ ਉਸਨੇ ਫਿੱਟ ਕਰਕੇ ਲੈ ਕੇ ਜਾਣਾ ਆ। ਤਾਂ ਤੁਹਾਨੂੰ ਇਹ ਜਿਹੜੀ ਕਲਾ ਕਵਿਤਾਵਾਂ ਦੀ ਸੀ, ਇਹ ਕਦੋਂ ਤੋਂ ਸ਼ੌਂਕ ਮਹਿਸੂਸ ਹੋਇਆ? ਤੁਸੀਂ ਕਿਸੇ ਕੋਲ ਸਿੱਖਣ ਗਏ ਜਾਂ ਤੁਹਾਨੂੰ ਕਿਸੇ ਨੇ ਪੜ੍ਹਾਇਆ, ਜਾਂ ਤੁਹਾਨੂੰ ਬਚਪਨ ਤੋਂ ਕਿੱਦਾਂ ਲੱਗਣ ਲੱਗੀ, ਜਾਂ ਤੁਹਾਡੇ ਮਾਤਾ ਪਿਤਾ ਜੀ ਇੱਦਾਂ ਕਰਦੇ ਸੀ ਜਾਂ ਗਾਉਂਦੇ ਸੀ? ਨਹੀਂ ਜੀ, ਮੈਂ ਬਚਪਨ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਕਿਵੇਂ ਮੈਂ ਕਿੱਥੋਂ ਸਾਖੀਆਂ ਸੁਣੀਆਂ ਗੁਰੂ ਸਾਹਿਬ ਦੀਆਂ, ਦਸ਼ਮੇਸ਼ ਪਿਤਾ ਦੀਆਂ, ਤੇ ਮੈਨੂੰ ਉਹਨਾਂ ਦੀ ਜੀਵਨੀ ਦੇ ਨਾਲ ਉਹਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਲਗਨ ਸੀ। ਤੇ ਮੈਂ ਸਾਰੀ ਦਿਹਾੜੀ ਮਤਲਬ ਉਹਨਾਂ ਦਾ ਸੋਚ ਕੇ ਕੁਝ ਨਾ ਕੁਝ ਗੁਣਗੁਣਾਉਂਦਾ ਰਹਿੰਦਾ ਸੀ। ਆਟੋਮੈਟਿਕ ਆਪੇ ਆਉਂਦਾ ਰਹਿੰਦਾ ਨਹੀਂ, ਕੋਈ ਮਤਲਬ ਕੁਝ ਨਾ ਕੁਝ ਉਹਨਾਂ ਦੇ ਸਾਹਿਬਜ਼ਾਦਿਆਂ ਬਾਰੇ ਕੋਈ ਮਿਸਾਲ ਕੋਈ ਦੱਸੋ। ਇਹ ਨਹੀਂ, ਜਿਵੇਂ ਮਤਲਬ ਮੈਂ ਸਾਡੇ ਘਰ ਦੇ ਵਿੱਚ ਇੱਕ ਗੁਰੂ ਸਾਹਿਬ ਦੀ ਤਸਵੀਰ ਲੱਗੀ ਸੀ, ਜਿਹਦੇ ਵਿੱਚ ਉਹਨਾਂ ਦੇ ਚਾਰੇ ਸਾਹਿਬਜ਼ਾਦੇ ਉਹਨਾਂ ਦੇ ਕੋਲ ਸਨ, ਤੇ ਮੇਰਾ ਕੰਮ ਸਿਰਫ ਸਾਰੀ ਦਿਹਾੜੀ ਇਹ ਹੁੰਦਾ ਸੀ, ਮੈਂ ਉਹ ਤਸਵੀਰ ਦੇਖਦਾ ਰਹਿੰਦਾ ਸੀ। ਅੱਛਾ। ਉਹ ਤਸਵੀਰ ਦੇਖ ਕੇ ਤੇ ਗੁਣਗੁਣਾਉਂਦੇ ਰਹਿਣਾ, ਕਿਉਂਕਿ ਮੈਂ ਇੱਕ ਤੋਂ ਸਾਖੀ ਸੁਣੀ ਸੀ ਕਿ ਉਹ ਬੱਚੇ ਜਿਹੜੇ ਸਨ ਸ਼ਹੀਦ ਹੋ ਗਏ, ਤੇ ਮੈਂ ਵੀ ਮਤਲਬ ਉਦੋਂ ਬੱਚਾ ਸਾਂ, ਤੇ ਮੇਰੇ ਦਿਲ ਦੇ ਉੱਤੇ ਉਸ ਗੱਲ ਦਾ ਬਹੁਤ ਜ਼ਿਆਦਾ ਅਸਰ ਹੋ ਗਿਆ। ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਾਰੀ ਦਿਹਾੜੀ ਇਹਨਾਂ ਦੇ ਬਾਰੇ ਸੋਚਦਾ ਰਹਿੰਦਾ ਸੀ। ਉਹ ਕਿੰਨੀ ਕੁ ਉਮਰ ਸੀ ਉਦੋਂ ਤੁਹਾਡੀ? ਉਦੋਂ ਬਿਲਕੁਲ ਛੋਟਾ ਸਾਂ। ਕਿੰਨੀ? ਮੇਰੇ 5-6 ਸਾਲ ਦਾ ਹੋਵਾਂਗਾ। ਅੱਛਾ, ਉਦੋਂ ਤੋਂ ਹੀ ਮਤਲਬ ਗੱਲ ਉਹੀ ਹੋ ਗਈ ਸਾਧ ਸੰਗਤ ਜੀ, ਜਿਹੜੀ ਕਿ ਬਚਪਨ ਤੋਂ ਹੀ ਜਿਹੜਾ ਵਿਰਸੇ ਦੇ ਵਿੱਚ ਕੋਈ ਚੀਜ਼ ਮਿਲ ਜਾਂਦੀ ਆ, ਉਹ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੀ ਹੁੰਦੇ ਆ। ਉਦੋਂ ਤੁਸੀਂ ਉਹ ਤਸਵੀਰ ਦੇਖ ਕੇ ਜਾਂ ਜਿਹੜੀ ਕੋਈ ਸਾਖੀ ਤੁਸੀਂ ਕਿਤੇ ਸੁਣਿਓ, ਤਾਂ ਕੀ ਗਾਉਂਦੇ ਸੀ? ਕੀ ਉਹ ਹੈ ਯਾਦ ਤੁਹਾਨੂੰ? ਉਦੋਂ ਤੋਂ ਥੋੜੀ ਦੇਰ ਬਾਅਦ ਇੱਕ ਇਹ ਸ਼ਾਇਦ ਚਰਨ ਸਿੰਘ ਸਫਰੀ ਜੀ ਦਾ ਗੀਤ, ਤੇ ਉਹ ਬੀਬੀ ਨਰਿੰਦਰ ਬੀਬਾ ਜੀ ਗਾਉਂਦੇ ਸਨ, ਚੰਨ ਮਾਤਾ ਗੁਜਰੀ ਦਾ। ਜਦੋਂ ਮੈਨੂੰ ਥੋੜਾ ਜਿਹਾ ਮਤਲਬ ਮੈਨੂੰ ਸਮਝ ਆਈ, ਤੇ ਮੈਂ ਫਿਰ ਇਹ ਗੀਤ ਜਿਹੜਾ ਤੇ ਮੈਂ ਤੁਹਾਨੂੰ ਦੋ ਕੁਲਾਈਆਂ ਸੁਣਾ ਦੋ। ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਵਿਛਾਈ, ਸੀਨੇ ਨਾਲ ਤੇਗ ਲਾ ਲਈ, ਜਦੋਂ ਯਾਦ ਪੁੱਤਰਾਂ ਦੀ ਆਈ। ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਵਿਛਾਈ, ਜੀਤ ਤੇ ਜੁਝਾਰ ਵੱਡੜੇ ਜੋਰਾ ਵਰਤੇ ਫਤਿਹ ਸਿੰਘ ਛੋਟੇ। ਤਾਰਿਆਂ ਨੇ ਰੋ ਕੇ ਪੁੱਛਿਆ ਕਿੱਥੇ ਗਏ ਨੀ ਜਿਗਰ ਦੇ ਟੋਟੇ, ਸੀਨੇ ਨਾਲ ਤੇਗ ਲਾ ਲਈ, ਜਦੋਂ ਯਾਦ ਪੁੱਤਰਾਂ ਦੀ ਆਈ। ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਛੇਜ ਵਿਛਾਈ।
ਇਹ ਗੀਤ ਜਿਹੜਾ ਹੈ ਉਦੋਂ ਫਿਰ ਮੈਂ ਪਹਿਲਾਂ ਜਦੋਂ ਲੋਕਾਂ ਨੂੰ ਸੁਣਾਉਣਾ ਸ਼ੁਰੂ ਕੀਤਾ ਆਪਣੇ ਨਾਲ ਦੇ ਬੱਚਿਆਂ ਨੂੰ ਜਾਂ ਮਤਲਬ ਆਪਣੇ ਘਰ ਦੇ ਵਿੱਚ, ਤੇ ਫਿਰ ਮੈਂ ਇਹ ਗੀਤ ਗਾਇਆ ਕਰਦਾ ਸੀ। ਉਹ ਇਮੇਜਿਨ ਕਰਕੇ ਲੋਕਾਂ ਤੋਂ ਸੁਣ ਕੇ, ਹਾਂਜੀ, ਸੁਣ ਕੇ। ਤੇ ਜਦੋਂ ਫਿਰ ਮੈਂ ਇਹ ਗੀਤ, ਤੇ ਫਿਰ ਮੇਰੇ ਦਿਲ ਦੇ ਵਿੱਚ ਆਉਣਾ ਵੀ ਇਹ ਮੈਂ ਕਿਉਂ ਨਹੀਂ ਇਹ ਮਤਲਬ ਲਿਖ ਸਕਦਾ, ਹਾਂਜੀ, ਇਹੋ ਜਿਹੇ ਗੀਤ ਮੈਂ ਖੁਦ ਕਿਉਂ ਨਹੀਂ ਬਣਾਉਂਦਾ। ਤੇ ਫਿਰ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਕੋਈ 2-4 ਮਤਲਬ ਇਸ ਤਰ੍ਹਾਂ ਮੈਂ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਕੋਈ ਗੀਤ ਬਣਾਏ, ਮੈਨੂੰ ਕੋਈ ਹੁਣ ਵੈਸੇ ਯਾਦ ਨਹੀਂ। ਤੇ ਉਹ ਜਦੋਂ ਮਤਲਬ ਸਿਆਲ ਦੇ ਵਿੱਚ ਬੜੇ ਠੰਡੇ ਦਿਨਾਂ ਦੇ ਵਿੱਚ ਜਨਮ ਦਿਹਾੜੇ ਆਉਂਦੇ ਸਨ, ਹਾਂਜੀ, ਫਿਰ ਮੈਂ ਗੁਰਦੁਆਰੇ ਦੀ ਮਤਲਬ ਜਦੋਂ ਸੰਗਤ ਇਕੱਠੀ ਹੁੰਦੀ ਸੀ ਉੱਥੇ ਮੈਨੂੰ ਖੜਾ ਕਰਦੇ ਹੁੰਦੇ ਸੀ ਤੇ ਮੈਂ ਕੋਈ 2-4 ਲਾਈਨਾਂ ਆਪਣੀਆਂ ਲਿਖੀਆਂ ਸੁਣਾਉਂਦਾ ਹੁੰਦਾ ਸੀ। ਜਿਵੇਂ ਮੈਨੂੰ ਇੱਕ ਗੀਤ ਯਾਦ ਹੈ, ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਮੈਂ ਗਾਇਆ ਸੀ, ਆ ਗਿਆ ਚੇਤੇ। ਮੱਝੀਆਂ ਦਾ ਪਾਲੀ ਰੁੱਖ ਥੱਲੇ ਸੌਂ ਗਿਆ, ਸਿਖਰ ਦੁਪਹਿਰੇ ਪਰਛਾਵਾਂ ਪਾਉਂ ਗਿਆ। ਮੱਝੀਆਂ ਦਾ ਪਾਲੀ ਰੁੱਖ ਥੱਲੇ ਸੌਂ ਗਿਆ, ਸਿਖਰ ਦੁਪਹਿਰੇ ਪਰਛਾਵਾਂ ਪਾਉਂ ਗਿਆ। ਸ਼ੇਸ਼ ਨਾਗ ਕੀਤੀ ਛਾਇਆ ਫਨ ਨੂੰ ਖਲਾਰ ਜੀ, ਰੁੱਖ ਥੱਲੇ ਸੁੱਤਾ ਮੇਰਾ। ਇਹ ਮੈਨੂੰ ਅੱਗੇ ਜਿਹੜੀ ਲਾਈਨ ਹੈ ਨਾ, ਇਹ ਉਹਦੇ ਵਿੱਚ, ਹਾਂਜੀ ਹਾਂਜੀ। ਚਲੋ ਇਹ ਤਾਂ ਮਤਲਬ ਉਹ ਲਗਨ ਦੇ ਵਿੱਚੋਂ ਹੌਲੀ ਹੌਲੀ ਜਿਹੜਾ ਹੈ ਤੁਹਾਨੂੰ ਨਿਕਲ ਆਇਆ, ਤੇ ਤੁਸੀਂ ਫਿਰ ਬਾਅਦ ਵਿੱਚ ਹੌਲੀ ਹੌਲੀ ਲਿਖਣਾ ਸ਼ੁਰੂ ਕਰਤਾ। ਹਾਂਜੀ। ਮਤਲਬ ਉਹ ਲਗਨ ਜਿਹੜੀ ਆ ਤੁਸੀਂ ਫਿਰ ਕਿਸੇ ਕੋਲ ਸਿੱਖਣਾ ਸ਼ੁਰੂ ਕੀਤਾ ਜਾਂ ਤੁਹਾਡੇ ਘਰ ਦੇ ਕਿਸੇ ਨੇ ਸਪੋਰਟ ਕੀਤੀ? ਇਹ ਨਹੀਂ ਜੀ, ਘਰਦਿਆਂ ਨੇ ਨਹੀਂ, ਮੇਰੇ ਇੱਕ ਉਹ ਘਰ ਦੇ ਵਿੱਚ ਗਾਉਣ ਵਾਲਾ ਸੀ ਜਾਂ ਲਿਖਣ ਵਾਲਾ ਸੀ, ਕੋਈ ਲਿਖਾਰੀ ਸੀ? ਮੇਰੇ ਚਾਚਾ ਜੀ ਸਨ ਲਾਇਲਪੁਰ ਖਾਲਸਾ ਕਾਲਜ ਦੇ ਵਿੱਚ ਪ੍ਰੋਫੈਸਰ, ਹਾਂਜੀ। ਉਹ ਜਦੋਂ ਕਿਤੇ ਮੇਰੀ ਕਵਿਤਾ ਸੁਣਦੇ ਸਨ, ਉਹ ਤਾਂ ਸੁਣਦੇ ਸੀ ਨਾ, ਤੇ ਉਹ ਤੁਹਾਨੂੰ ਸਮਝਾਉਂਦੇ ਤਾਂ ਨਹੀਂ ਸੀ ਵੀ ਏਦਾਂ ਲਿਖ ਪੁੱਤ, ਏਦਾਂ ਲਿਖ ਪੁੱਤ? ਇਹ ਨਹੀਂ, ਸਿਰਫ ਮੇਰਾ ਦਿਲ ਵਧਾਉਂਦੇ ਸੀ ਕਿ ਤੂੰ ਉਹ ਤਾਂ ਪਰ ਕੋਈ ਲਿਖਣ ਵਿੱਚ ਤੁਸੀਂ ਆਪਣਾ ਉਸਤਾਦ ਵੀ ਬਣਾਇਆ ਵੀ ਆਹ ਮੇਰਾ ਉਸਤਾਦ ਹੈ ਜਿਹੜਾ ਨਹੀਂ ਜੀ, ਪੂਰਾ ਮੈਂ ਕੋਈ ਪੂਰਾ ਉਸਤਾਦ ਨਹੀਂ ਧਾਰਿਆ, ਪਰ ਮੈਨੂੰ ਥੋੜੀ ਜੀ ਸਾਡੇ ਇਲਾਕੇ ਦੇ ਵਿੱਚ ਇੱਕ ਬਜ਼ੁਰਗ ਨੇ, ਇਹ ਸਰਦਾਰ ਮਹਿੰਦਰ ਸਿੰਘ ਕੋਮਲ, ਸਾਡੇ ਨਡਾਲੇ ਦੇ ਨੇ, ਉਹ ਮੈਨੂੰ ਥੋੜਾ ਮੈਂ ਉਹਨਾਂ ਦੇ ਕੋਲੋਂ ਤੇ ਉਹਨਾਂ ਕੋਲੋਂ, ਪਰ ਉਦੋਂ ਮੈਂ ਵੱਡਾ ਹੋ ਗਿਆ ਸੀ ਜਦੋਂ ਮੈਂ ਕਾਲਜ ਦੇ ਵਿੱਚ ਗਿਆ, ਤੇ ਉਦੋਂ ਫਿਰ ਮੈਂ ਮਤਲਬ ਉਹਨਾਂ ਦੇ ਕੋਲੋਂ, ਉਹਨਾਂ ਨੇ ਮੈਨੂੰ ਥੋੜਾ ਦੱਸਿਆ, ਤੇ ਪਰ ਪੂਰਾ ਉਹਨਾਂ ਕੋਲੋਂ ਮੈਨੂੰ ਬੜਾ ਇਸ ਗੱਲ ਦਾ ਦੁੱਖ ਹੈ ਕਿ ਮੈਂ ਉਹਨਾਂ ਕੋਲੋਂ ਪੂਰਾ ਸਿੱਖ ਨਹੀਂ ਸਕਿਆ। ਉਹ ਬਹੁਤ ਹੀ ਗੁਣਵਾਨ ਇਨਸਾਨ ਸਨ ਤੇ ਉਹਨਾਂ ਦੇ ਕੋਲੋਂ ਬੰਦਾ ਬਹੁਤ ਕੁਝ ਸਿੱਖ ਸਕਦਾ ਸੀ, ਪਰ ਮੈਨੂੰ ਅਫਸੋਸ ਹੈ ਕਿ ਮੈਂ ਉਹਨਾਂ ਕੋਲੋਂ ਨਹੀਂ ਸਿੱਖ ਸਕਿਆ। ਸਾਧ ਸੰਗਤ ਜੀ, ਅੱਜ ਦੇ ਤੂੰ ਦੇ ਪ੍ਰੋਗਰਾਮ ਵਿੱਚ ਤੁਸੀਂ ਸੋਚੋਗੇ ਕਿ ਇੱਕ ਕਵੀ ਨੂੰ ਲਿਆ ਕੇ ਬਿਠਾ ਕੇ ਉਹਦੀ ਇੰਟਰਵਿਊ ਲੈਣੀ ਸ਼ੁਰੂ ਕਰਤੀ, ਤੇ ਪ੍ਰੋਗਰਾਮ ਤੂੰ ਦਾ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜਿਹੜਾ ਆ ਉਹ ਇੱਕ ਸ਼ਬਦ ਹੈ, ਸ਼ਬਦ ਗੁਰੂ ਦੀ ਗੱਲ ਕਰਦੇ ਆ, ਅਸੀਂ ਸ਼ਬਦ ਗੁਰੂ ਦੇ ਵਿਚਾਰੀ ਆ, ਤੇ ਜਿਹੜਾ ਕਵੀ ਹੈ ਉਹ ਸ਼ਬਦਾਂ ਨੂੰ ਜੋੜ ਕੇ ਉਹਨਾਂ ਵਿੱਚ ਰਸ ਭਰ ਕੇ ਤੇ ਉਹਦੇ ਵਿੱਚੋਂ ਤਰੰਗਾਂ ਛੇੜ ਕੇ ਬਹੁਤ ਕੁਝ ਪ੍ਰਾਪਤ ਕਰਦਾ। ਤੇ ਉਹ ਜਿਹੜਾ ਹੈ ਜਦੋਂ ਸਾਡੇ ਕੰਨਾਂ ਤੱਕ ਪਹੁੰਚਦਾ ਹੈ ਤੇ ਉਹ ਆਵਾਜ਼ ਅਕਾਲ ਪੁਰਖ ਵਾਹਿਗੁਰੂ ਤੱਕ ਵੀ ਪਹੁੰਚ ਜਾਂਦੀ ਆ। ਜੇ ਉਹ ਧੁਰ ਤੋਂ ਆਵਾਜ਼ ਆਈ ਹੋਵੇ ਤਾਂ ਜਿੱਦਾਂ ਭਾਈ ਸਾਹਿਬ ਨੇ ਬਚਪਨ ਤੋਂ ਹੀ ਇੱਕ ਤਸਵੀਰ ਨੂੰ ਦੇਖ ਕੇ ਕੁਛ ਨਾ ਕੁਛ ਗੁਣਗਾਉਣਾ ਸ਼ੁਰੂ ਕੀਤਾ, ਤੇ ਇੱਦਾਂ ਹੌਲੀ ਅੱਜ ਇਹਨਾਂ ਨੇ 150-200 ਦੇ ਕਰੀਬ ਜਿਹੜੀਆਂ ਆਪਣੀਆਂ ਕਵਿਤਾਵਾਂ ਲਿਖੀਆਂ, ਤੇ ਅਸੀਂ ਇਹਨਾਂ ਕੋਲ ਇੱਕ ਕਵਿਤਾ ਜਿਹੜੀ ਆ ਆਪਣੇ ਇਸ ਤੂੰ ਦੇ ਪ੍ਰੋਗਰਾਮ ਵਿੱਚ ਸੁਣਨੀ ਚਾਹਾਂਗੇ। ਤੁਸੀਂ ਕੋਈ ਐਸੀ ਕਵਿਤਾ ਜਿਹੜੀ ਤੁਸੀਂ ਤੂੰ ਦੇ ਪ੍ਰੋਗਰਾਮ ਵਿੱਚ ਅੱਜ ਸਾਡੀਆਂ ਸੰਗਤਾਂ ਨੂੰ ਸੁਣਾਉਣੀ ਚਾਹੁੰਦੇ ਹੋ? ਜਦੋਂ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਤੇ ਉਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ 52 ਕਵੀ ਰੱਖੇ ਸਨ, ਜਿਹੜੇ ਉਹ ਕਵਿਤਾਵਾਂ ਦੇ ਨਾਲ, ਵੀਰ ਰਸ ਦੀਆਂ ਕਵਿਤਾਵਾਂ ਦੇ ਨਾਲ ਉਹ ਸੰਗਤਾਂ ਨੂੰ ਤੇ ਉਹਨਾਂ ਦੇ ਵਿੱਚ ਜੋਸ਼ ਭਰਦੇ ਸਨ, ਹਾਂਜੀ। ਤੇ ਇਹ ਜੇ ਆਪਾਂ ਥੋੜਾ ਜਿਹਾ ਅੱਗੇ ਚੱਲੀਏ ਤੇ ਇਤਿਹਾਸ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਹਾਂਜੀ, ਸਭ ਤੋਂ ਪਹਿਲਾਂ ਢਾਡੀ ਪ੍ਰਥਾ ਜਿਹੜੀ ਹੈ ਅਕਾਲ ਤਖਤ ਦੇ ਉੱਤੇ ਨੱਥਾ ਮੱਲ ਜੀ ਤੇ ਦੂਸਰੇ
ਉਹ ਜਿਹੜੇ ਦੋ ਰਾਗੀ ਜੋ ਸਨ ਢਾਡੀ ਹੋਏ ਆ। ਉਹਨਾਂ ਦੇ ਕੋਲੋਂ ਵਾਰਾਂ ਹੂੰ ਸੁਣਵਾਇਆ ਕਰਦੇ ਸਨ। ਹਾਂਜੀ ਹਾਂਜੀ ਤੇ ਇਹ ਫਿਰ ਉਹ ਜਦੋਂ ਫਿਰ ਜੋਸ਼ ਦੀਆਂ ਜਾਂ ਵੀਰ ਰਸ ਦੀਆਂ ਗੱਲਾਂ ਬਾਤਾਂ ਹੁੰਦੀਆਂ ਤੇ ਉਹਨਾਂ ਤੇ ਮੈਂ ਉਸੇ ਲੜੀ ਨੂੰ ਥੋੜਾ ਜਿਹਾ ਲੰਬਾ ਕਰ ਹਾਂਜੀ ਦਿਆ। ਕੁਝ ਭਾਤੀ ਰਸਤੀਆਂ ਵੀ ਹੁੰਦੀਆਂ, ਕੁਝ ਹਾਸ ਰੱਖਦੀਆਂ ਹੁੰਦੀਆਂ, ਕੁਝ ਸੂਰਮਤਾਈਆਂ ਹੁੰਦੀਆਂ, ਇਹ ਕਥਾਵਾਂ ਹੁੰਦੀਆਂ। ਤੁਸੀਂ ਅੱਜ ਕਿਹੜੀ ਮੈਂ ਅੱਜ ਫਿਰ ਤੁਹਾਨੂੰ, ਕਿਉਂਕਿ ਉਹ ਵੀਰ ਰਸ ਤੋਂ ਆਪਣੀ ਗੱਲ ਸ਼ੁਰੂ ਹੋਈ ਸੀ, ਅੱਜ ਫਿਰ ਮੈਂ ਇੱਕ ਵੀਰ ਰਸ ਦੀ ਕਵਿਤਾ ਸੁਣਾਉਣਾ ਜੀ। ਹਾਂਜੀ। ਇਹ ਬਾਜਾਂ ਵਾਲਿਆ ਬਖਸ਼ ਦੇ ਤੀਰ ਮੈਨੂੰ, ਬਾਜਾਂ ਵਾਲਿਆ ਬਖਸ਼ ਦੇ ਤੀਰ ਮੈਨੂੰ, ਪੰਥ ਦੋਖੀਆਂ ਦੇ ਸੀਨੇ ਪਾੜ ਦੇਵਾਂ, ਇਕੱਠਾ ਕਰਾਂ ਪੰਜਾਬ ਦੇ ਖਾਲਸੇ ਨੂੰ, ਫੌਜਾਂ ਵੱਲ ਸਰਹੰਦ ਦੇ ਚਾੜ ਦੇਵਾਂ, ਇਹਨਾਂ ਪਾਪੀਆਂ ਭਾਜੀਆਂ ਚਾੜੀਆਂ ਜੋ, ਕਰੇ ਮਿਹਰ ਤੇ ਸਭੇ ਉਤਾਰ ਦੇਵਾਂ, ਲਾਲਾਂ ਦਾ ਬਦਲਾ ਲਵਾਂ ਜ਼ਾਲਮਾਂ ਤੋਂ, ਛੱਡਾਂ ਇੱਕ ਨਾ ਸਭੇ ਉਜਾੜ ਦੇਵਾਂ, ਟਾਵਾਂ ਮਹਿਲ ਮੁਨਾਰੇ ਸਣੇ ਕਿੰਗਰੇ ਮੈਂ, ਇੱਟਾਂ ਸੱਥਰਾਂ ਵਾਂਗ ਖਲਾਰ ਦੇਵਾਂ। ਜਦੋਂ ਜੋਸ਼ੀਲੀਆਂ ਕਵਿਤਾਵਾਂ ਗਾਈਆਂ ਜਾਂਦੀਆਂ ਤੇ ਉਦੋਂ ਜਿਹੜਾ ਜੋਸ਼ ਆ, ਜਿਹੜਾ ਗਾਉਣ ਵਾਲਾ ਆ, ਉਹਨੂੰ ਵੀ ਜੋਸ਼ ਆਊਗਾ। ਇਹ ਗਾਈ ਜਦੋਂ ਜਿਹੜੀਆਂ ਸ਼ਹੀਦਾਂ ਆਉਂਦਾ ਜੋਸ਼? ਬਿਲਕੁਲ ਆਉਂਦਾ ਜੀ, ਬਿਲਕੁਲ ਆਉਂਦਾ। ਸਰੀਰ ਫਰਕਦਾ ਜੀ। ਸੱਚੀ ਦਿਲ ਕਰਦਾ ਵੀ ਗੁਰੂ ਮੋਰੇ ਫਰਿਆਦ ਕੀਤੀ ਆ ਵੀ 5 ਤੀਰ ਦੇ ਦਿਓ, ਜਿਹੜੇ ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਉੱਤੇ। ਹਾਂਜੀ ਬਿਲਕੁਲ ਬਿਲਕੁਲ ਕਰਦਾ ਜੀ, ਸੁਣ ਕੇ ਵੀ ਕਰਦਾ ਹੈ, ਗਾ ਕੇ ਵੀ ਕਰਦਾ ਹੈ। ਤੇ ਜਦੋਂ ਕਵਿਤਾ ਆਉਂਦੀ ਆ ਅੰਦਰੋਂ, ਉਦੋਂ ਕਿੱਦਾਂ ਫਿਰ ਨਿਕਲਦੀ ਆ ਉਹ ਕਿਹੜੀ ਅਵਸਥਾ ਦੇ ਵਿੱਚ ਜਾ ਕੇ ਉਹ ਜਿਹੜੀ ਕਵਿਤਾ ਅੰਦਰੋਂ ਨਿਕਲਦੀ? ਇਹ ਜਿਵੇਂ ਕਹਿੰਦੇ ਨੇ ਉਦੋਂ ਮਤਲਬ ਕਹਿਣ ਤੋਂ ਆ, ਉਦੋਂ ਤੁਸੀਂ ਗੁੱਸੇ 'ਚ ਆਏ ਹੁੰਦੇ ਆ, ਜਾਂ ਨਰਵਸ ਹੋਏ ਹੁੰਦੇ ਆ, ਜਾਂ ਸ਼ਾਂਤੀ ਨਾਲ ਬੈਠੇ ਹੁੰਦੇ ਆ, ਜਾਂ ਕਿਤੇ ਤੁਰੇ ਜਾਂਦੇ ਆ ਜਾਂਦੀ ਆ, ਜਾਂ ਰਾਤ ਨੂੰ ਸੌਣ ਲੱਗਿਆ, ਕਿਹੜੀ ਅਵਸਥਾ ਦੇ ਵਿੱਚ ਆ ਕੇ? ਕਿਉਂਕਿ ਜਦੋਂ ਅੰਦਰੋਂ ਕੋਈ ਨਿਕਲਦੇ ਅਲਫਾਜ਼ ਤਾਂ ਉਹ ਕੋਈ ਸਮਾਂ ਉਹਦਾ ਨਿਸ਼ਚਿਤ ਹੁੰਦਾ ਜਾਂ ਨਹੀਂ ਜੀ? ਕੋਈ ਸਮਾਂ ਨਿਸ਼ਚਿਤ, ਮੇਰਾ ਸਮਾਂ ਵੈਸੇ ਬਹੁਤ ਜ਼ਿਆਦਾ ਜਿਹੜੇ ਕਵੀ ਨੇ ਉਹਨਾਂ ਦਾ ਸਮਾਂ ਨਿਸ਼ਚਿਤ ਹੁੰਦਾ ਹੈ। ਉਹਨਾਂ ਦਾ ਉਹ ਜਿਹੜਾ ਮਤਲਬ ਉਹਨਾਂ ਨੂੰ ਕਵਿਤਾ, ਉਹ ਇੱਕ ਖਾਸ ਤਰ੍ਹਾਂ ਦਾ ਉਹਨਾਂ ਨੂੰ ਮਾਹੌਲ, ਖਾਸ ਤਰ੍ਹਾਂ ਦਾ ਮੌਸਮ ਜਾਂ ਉਹਨਾਂ ਨੂੰ ਚਾਹੀਦਾ ਹੁੰਦਾ ਕਵਿਤਾ ਲਿਖਣ ਵਾਸਤੇ। ਪਰ ਮੈਂ ਵੱਖਰੇ ਵੱਖਰੇ ਸਮੇਂ ਦੇ ਉੱਤੇ, ਹਰ ਤਰ੍ਹਾਂ ਦੇ ਸਮੇਂ ਦੇ ਵਿੱਚ, ਮੀਂਹ ਵਰਦੇ ਦੇ ਵਿੱਚ, ਹਵਾ ਚੱਲਦੀ ਦੇ ਵਿੱਚ, ਹਾਂਜੀ, ਤਾਰਿਆਂ ਦੀ ਲੋ, ਚੰਨ ਦੀ ਚਾਨਣੀ ਦੇ ਵਿੱਚ, ਮੈਂ ਹਰ ਤਰ੍ਹਾਂ ਦੇ ਵਿੱਚ ਸਮੇਂ ਦੇ ਵਿੱਚ ਹੀ ਕਵਿਤਾ ਜਿਹੜੀ ਇਹ ਰਚੀ ਹੈ। ਉਹਦੇ ਕਿਤੇ ਜੋਸ਼ ਆ ਜਾਂਦਾ ਜਾਂ ਸਪੈਸ਼ਲ ਉਹਦੇ ਵੀ ਹੁਣ ਮੈਂ ਕਵਿਤਾ ਲਿਖਣੀ ਹੈ ਕੋਈ? ਇਹ ਨਹੀਂ ਜੀ, ਇਹ ਪਤਾ ਨਹੀਂ ਵੀ ਹੁਣ ਅੱਜ ਕਿਸ ਤਰ੍ਹਾਂ ਦੀ ਕਵਿਤਾ ਆਏਗੀ। ਅੱਜ ਵੀਰ ਰਸ ਦੀ ਆਏਗੀ ਜਾਂ ਪ੍ਰੇਮ ਰਸ ਦੀ ਆਏਗੀ, ਤੇ ਕਦੇ ਕਦੇ ਸ਼ਿੰਗਾਰ ਰਸ ਦੀ ਵੀ ਆ ਜਾਂਦੀ ਹੈ ਜੀ। ਤੇ ਉਹਨਾਂ ਦੇ ਵਿੱਚ, ਤੇ ਉਹ ਸ਼ਿੰਗਾਰ ਰਸ ਦੇ ਵਿੱਚੋਂ ਨਾ ਬੜਾ ਥਿੜਕਣ ਦਾ ਜਾਂ ਤਿਲਕਣ ਦਾ ਨਾ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ। ਇਸ ਕਰਕੇ ਮੈਂ ਉਹ ਨਹੀਂ ਜ਼ਿਆਦਾ ਲਿਖਦਾ। ਤੇ ਪਰ ਜਦੋਂ ਮੈਂ ਗੱਲ ਪੁੱਛਣੀ ਚਾਹੁੰਦਾ, ਪਰ ਜਦੋਂ ਉਹ ਕਵਿਤਾ ਆਉਂਦੀ ਆ ਜਾਂ ਤੁਸੀਂ ਲਿਖਣੀ ਸ਼ੁਰੂ ਕਰ, ਉਦੋਂ ਸਰੀਰ ਦੇ ਵਿੱਚ ਕਿੱਦਾਂ ਦੀ ਹਰਕਤ ਪੈਦਾ ਹੁੰਦੀ ਹੈ? ਗੱਲ ਇਸ ਤਰ੍ਹਾਂ ਜੀ, ਜਿਵੇਂ ਕਹਿੰਦੇ ਨੇ ਕਿ ਕਿਸੇ ਨੇ ਰੱਬ ਦੇਖਿਆ ਹੋਏ ਤੇ ਉਹ ਦੱਸ ਨਹੀਂ ਸਕਦਾ। ਹਾਂਜੀ, ਉਹ ਜਿਹੜਾ ਆਨੰਦ, ਜਿਹੜਾ ਪਰਮ ਆਨੰਦ ਹੁੰਦਾ ਕਵਿਤਾ ਲਿਖਦੇ ਸਮੇਂ, ਜਾਂ ਕਿਹੜੇ ਹਾਲਾਤਾਂ ਦੇ ਵਿੱਚ ਬੰਦਾ ਕਵੇ, ਉਹ ਕੋਈ ਹੋਰ ਹੀ ਦੁਨੀਆ ਹੁੰਦੀ ਹੈ ਜੀ। ਜਦੋਂ ਕਿਤੇ ਪੂਰੀ ਮਤਲਬ ਇਕਾਗਰਤਾ ਆ ਜਾਂਦੀ ਹੈ ਤੇ ਬੰਦਾ ਸਮਾਧੀ ਦੇ ਵਿੱਚ ਜੁੜ ਜਾਂਦਾ ਹੈ, ਉਦੋਂ ਜਿਹੜੇ ਉਹ ਸ਼ਬਦ ਜੋੜਦਾ ਜਾਂ ਜੜਦਾ, ਉਹ ਇੱਕ ਵੱਖਰੀ ਤਰ੍ਹਾਂ ਦੇ ਬਹੁਤ ਹੀ ਜ਼ਿਆਦਾ। ਮੈਂ ਹੁਣ ਤੁਹਾਨੂੰ ਆਪਣੇ ਤਜਰਬੇ ਦੀ ਗੱਲ ਦੱਸਣਾ ਵੀ ਮੈਂ ਬਹੁਤ ਜ਼ਿਆਦੀਆਂ ਕਵਿਤਾਵਾਂ ਕਈ ਵਾਰੀ
ਇਹ ਸੁੱਤਾ ਸੁੱਤਾ ਉੱਠ ਕੇ ਲਿਖ ਦੇਣਾ ਤੇ ਉਹ ਜੇ ਕਿਤੇ ਥੋੜੀ ਦੇਰ ਲੱਗ ਜਾਏ ਉਹ ਮੈਂ ਨਾ ਪੜ੍ਹ ਸਕਾਂ ਦੁਬਾਰਾ ਤੇ ਮੈਨੂੰ ਹੈਰਾਨੀ ਹੁੰਦੀ ਹੈ ਵੀ ਇਹ ਮੇਰੀ ਨਹੀਂ, ਉਹ ਇੰਨੀਆਂ ਵਧੀਆ ਹਾਂਜੀ ਤੇ ਕਵਿਤਾਵਾਂ ਹੁੰਦੀਆਂ, ਉਹ ਜਿਹੜੇ ਕੋਈ ਸ਼ਬਦ ਹੁੰਦੇ ਨੇ ਜਿਹੜੇ ਅਚਾਨਕ ਆ ਜਾਂਦੇ ਨੇ। ਸੁੱਤੇ ਸੁੱਤੇ ਉੱਠ ਕੇ ਲਿਖਣ ਲੱਗ ਪੈਂਦੇ। ਸੁੱਤੇ ਸੁੱਤੇ ਇਹ ਜੀ ਸੁਪਨੇ ਦੇ ਵਿੱਚ ਵੀ ਜਿਹੜੀ ਕਵਿਤਾ ਹੈ ਉਹ ਵੀ ਤੁਰੀ ਫਿਰਦੀ ਹੈ ਹਾਂਜੀ। ਜਦੋਂ ਬੰਦਾ ਸੁੱਤਾ ਤੇ ਉਹ ਕਵਿਤਾ ਕਹਿੰਦੀ ਵੀ ਉੱਠ ਭਾ ਲਿਖ 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 ਹਾਂਜੀ। ਜਾਂ ਜਦੋਂ ਕੋਈ ਡਰਾਈਵਿੰਗ ਵਗੈਰਾ ਕਰਦੇ ਉਦੋਂ ਵੀ ਹੋ ਜਾਂਦੀ ਹੈ। ਇਹ ਜਦੋਂ ਗੱਡੀ ਦਾ ਆਵਾਜ਼ ਆਉਂਦਾ ਜੀ ਹਾਂਜੀ ਤੇ ਉਹ ਇੱਕ ਮਿਊਜ਼ਿਕ ਜਿਹਾ ਬਣ ਜਾਂਦਾ ਹਾਂਜੀ, ਉਦੋਂ ਫਿਰ ਗੀਤ ਆਉਂਦੇ ਨੇ ਹਾਂਜੀ। ਤੇ ਉਹ ਕਈ ਵਾਰੀ ਉਹ ਇੱਕ ਤੇ ਮਤਲਬ ਫਿਰ ਉਸੇ ਤਰਜ਼ ਦੇ ਵਿੱਚ ਹੀ ਤੇ ਉਹ ਬੜੇ ਬੜੇ ਵਧੀਆ ਫਿਰ ਕਈ ਵਾਰੀ ਗੀਤ ਬਣ ਜਾਂਦੇ ਨੇ। ਜਦੋਂ ਮੈਂ ਡਰਾਈਵਿੰਗ ਕਰ ਰਿਹਾ ਹੁੰਦਾ ਫਿਰ ਮੈਨੂੰ ਪਾਰਕ ਪਲਾਸ ਦੇ ਵਿੱਚ ਲਾਉਣੀ ਪੈਂਦੀ ਹੈ ਗੱਡੀ ਤੇ ਉਹਦੇ ਵਿੱਚ ਖਲੋ ਕੇ ਤੇ ਮੈਂ ਲਿਖ ਲੈਣਾ। ਤੇ ਤੁਹਾਨੂੰ ਇੱਕ ਮੈਂ ਗੱਲ ਦੱਸਦਾ ਕਿ ਇੱਕ ਵਾਰੀ ਮੈਂ ਕਵੀ ਦਰਬਾਰ ਤੋਂ ਆ ਰਿਹਾ ਸਾਂ ਲਾਈਪਜ਼ਿਗ ਤੋਂ, ਮੀਡੀਆ ਪੰਜਾਬ ਵਾਲਿਆਂ ਨੇ ਕਵੀ ਦਰਬਾਰ ਕੀਤਾ ਤੇ ਮੇਰੇ ਨਾਲ ਸੀ ਅਮਰਜੀਤ ਸਿੰਘ ਸਿੱਧੂ ਨੇ, ਸਾਡੇ ਇੱਥੇ ਬੜੇ ਵਧੀਆ ਉਹ ਪੱਤਰਕਾਰ ਨੇ, ਬੜੇ ਵਧੀਆ ਉਹ ਲੇਖਕ ਵੀ ਨੇ, ਖੁਦ ਵੀ ਲਿਖਦੇ ਨੇ, ਕਈ ਕਿਤਾਬਾਂ ਨੇ ਉਹਨਾਂ ਦੀਆਂ। ਤੇ ਉਹ ਮੇਰੇ ਲਾਗੇ ਬੈਠੇ ਸੀ, ਮੈਂ ਗੱਡੀ ਚਲਾ ਰਿਹਾ ਸੀ, ਮੈਨੂੰ ਕਵਿਤਾ ਆ ਗਈ ਹਾਂਜੀ। ਮੈਂ ਕਿਹਾ ਵੀ ਤੂੰ ਭਾ ਇੱਕ ਕੰਮ ਕਰੀਦਾ ਹਾਂਜੀ। ਮੈਂ ਉਹਨਾਂ ਨੂੰ ਕਾਪੀ ਪੈਨ ਉਹਨਾਂ ਨੂੰ ਫੜਾਇਆ, ਮੈਂ ਕਿਹਾ ਮੈਂ ਬੋਲਦਾ ਤੇ ਤੁਸੀਂ ਲਿਖੀ ਜਾਓ ਹਾਂਜੀ। ਗੱਡੀ ਚਲਾਉਂਦੇ ਮੈਂ ਗੱਡੀ ਚਲਾ ਰਿਹਾ ਸੀ, ਮੈਂ ਉਹਨਾਂ ਨੂੰ ਲਿਖਾ ਰਿਹਾ ਸੀ, ਉਹਨਾਂ ਨੇ ਮੇਰੀਆਂ 2 ਕਵਿਤਾਵਾਂ ਲਿਖੀਆਂ ਲਾਈਪਜ਼ਿਗ ਤੋਂ ਆਉਂਦਿਆਂ ਹਨੋਵਰ ਤੋਂ ਪਹਿਲਾਂ ਅੱਛਾ ਹਾਂਜੀ, ਉਹ ਉਹਨਾਂ ਨੇ ਲਿਖੀਆਂ। ਤੇ ਉਹ ਜਦੋਂ ਗੱਡੀ ਚਲਾਈ ਦੀ ਹੈ ਉਹ ਇੱਕ ਤਰ੍ਹਾਂ ਦਾ ਮਿਊਜ਼ਿਕ ਵੱਜ ਰਿਹਾ ਹੁੰਦਾ, ਉਹ ਉਦੋਂ ਬਹੁਤ ਹੀ ਵਧੀਆ ਕਈ ਵਾਰੀ ਸਤਰਾਂ ਆਉਂਦੀਆਂ। ਸਾਸਾਂ ਜੀ ਤੁਸੀਂ ਭਾਈ ਸਾਹਿਬ ਦੇ ਵਿਚਾਰ ਸੁਣੇ ਆ। ਮੇਰਾ ਸਿਰਫ ਕਹਿਣ ਦਾ ਮਕਸਦ ਇਹ ਸੀਗਾ ਕਿ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਲਈਏ ਤੇ ਕੰਨਾਂ ਨਾਲ ਸੁਣ ਲਈਏ ਕਿ ਇਹ ਜਿਹੜੇ ਲਿਖਾਰੀ ਜਾਂ ਕਵੀ ਹੁੰਦੇ ਆ ਇਹ ਕਿਸੇ ਉੱਦਾਂ ਹੀ ਨਹੀਂ ਬਣ ਕੇ ਆਏ ਜਾਂਦੇ ਜਾਂ ਬਣਾਏ ਜਾਂਦੇ। ਇਹ ਕੋਈ ਕੁਦਰਤੀ ਬਖਸ਼ਿਸ਼ ਐਸੀ ਹੁੰਦੀ ਹੈ ਅੰਦਰ ਜਿਹੜੀ ਨਾਲ ਕੋਈ ਚੀਜ਼ ਨੂੰ ਕ੍ਰੀਏਟ ਕਰ ਸਕਦਾ ਬੰਦਾ। ਜਿੱਦਾਂ ਆਰਕੀਟੈਕਟ ਹੁੰਦੇ ਆ ਜਿਹਨੂੰ ਆਪ ਤੁਸੀਂ ਦੱਸੋ ਕਿ ਮੈਨੂੰ ਇੱਦਾਂ ਦਾ ਘਰ ਚਾਹੀਦਾ ਤੇ ਇੱਦਾਂ ਮਕਾਨ ਚਾਹੀਦਾ, ਤਾਂ ਉਸ ਤਰੀਕੇ ਨਾਲ ਤੁਹਾਨੂੰ ਨਕਸ਼ਾ ਬਣਾ ਕੇ ਦਿੰਦੇ ਆ। ਪਰ ਜਦੋਂ ਕਵੀ ਜਾਂ ਲਿਖਾਰੀ ਕੋਈ ਚੀਜ਼ ਲਿਖਦਾ ਤੇ ਉਹਨੂੰ ਹੋਰ ਕੋਈ ਨਹੀਂ ਦੱਸਦਾ, ਉਹਨੂੰ ਅਕਾਲ ਪੁਰਖ ਵਾਹਿਗੁਰੂ ਉਹਦੇ ਚੇਤਨਾ ਦੇ ਵਿੱਚ ਵਸ ਕੇ ਉਸ ਬੰਦੇ ਕੋਲੋਂ ਕੀ ਲਿਖਾਉਣਾ ਚਾਹੁੰਦਾ, ਕਿਹੜੇ ਸਮੇਂ ਲਿਖਾਉਣਾ ਚਾਹੁੰਦਾ, ਇਹ ਉਹ ਜਾਣਦਾ ਹੈ। ਕਿਉਂਕਿ ਮੈਂ ਇਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਆਪ ਕਿਹੜੇ ਸਮੇਂ ਲਿਖਦੇ ਆ, ਕਿਹੜਾ ਕੋਈ ਸਮਾਂ ਇੱਦਾਂ ਨਿਸ਼ਚਿਤ ਹੈ ਜਾਂ ਚੌਂਕੜੀ ਮਾਰ ਕੇ ਜਾਂ ਸੌਣ ਵੇਲੇ ਜਾਂ ਸੌਣ ਤੋਂ ਸਵੇਰੇ ਉੱਠ ਕੇ, ਪਰ ਇਹਦਾ ਕੋਈ ਸਮਾਂ ਨਹੀਂ। ਕਿਉਂਕਿ ਜਿੱਦਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਸੀਗੇ ਨਾ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ, ਤੇ ਉਹ ਜਿਹੜੇ ਅਲਫਾਜ਼ ਆ ਜਦੋਂ ਧੁਨੀ ਅੰਦਰੋਂ ਜੁੜੀ ਹੋਵੇ, ਅੰਦਰੋਂ ਪਿਆਰ ਦੀ ਲਗਨ ਲੱਗੀ ਹੋਵੇ, ਤੇ ਜੇ ਉਹ ਤਸਵੀਰ ਜਿਹੜੀ ਆ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਦੇਖ ਕੇ ਤੇ ਫਿਰ ਉੱਦਾਂ ਦੇ ਵਿਚਾਰ ਪੈਦਾ ਹੋ ਜਾਂਦੇ। ਉਹ ਫਿਰ ਵਿਚਾਰ ਜਿਹੜੇ ਉਹ ਅੰਦਰੋਂ ਬਣ ਕੇ ਫਿਰ ਇੱਕ ਧੁਨੀ ਬਣ ਜਾਂਦੀ ਆ। ਉਹ ਧੁਨੀ ਫਿਰ ਸ਼ਬਦ ਦੇ ਰੂਪ ਦੇ ਵਿੱਚ ਜਿਹੜੀ ਆ ਜ਼ੁਬਾਨ ਦੇ ਵਿੱਚੋਂ ਨਿਕਲਦੀ ਆ ਤੇ ਫਿਰ ਉਹਦੇ ਵਿੱਚ ਰਸ ਬਣਦਾ। ਜਿਹੜੇ ਅੱਜ ਕੱਲ੍ਹ ਲੋਕ ਜਿਹੜੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਗੰਦੇ ਗੀਤ ਗਾਉਂਦੇ ਆ, ਇਹ ਕਾਲਪੁਰਖ ਵਾਹਿਗੁਰੂ ਵੱਲੋਂ ਬਣਾਈ ਹੋਈ ਧੁਨੀ ਨਹੀਂ। ਇਹਨਾਂ ਲੋਕਾਂ ਨੇ ਆਪਣੀ ਦਿਮਾਗ ਦੀ ਚਤਰਾਈ ਦੇ ਨਾਲ ਕੱਢੇ ਹੋਏ ਗੀਤ ਹੁੰਦੇ ਆ। ਪਰ ਜਿਹੜੇ ਕੁਛ ਕਵਿਤਾਵਾਂ ਜਾਂ ਗੀਤ ਜਿਹੜੇ ਆ ਜਾਂ ਕੋਈ ਸ਼ਬਦ ਐਸੇ ਹੈਗੇ ਆ ਜਿਹੜੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਾਕਾਇਦਾ ਤੌਰ 'ਤੇ ਭੇਜੇ ਜਾਂਦੇ ਆ, ਉਹਨਾਂ ਦੇ ਵਿੱਚ ਰਸ ਹੁੰਦਾ ਆ, ਜਿਹਦੇ ਵਿੱਚ ਜੀਵਨ ਜਾਚ ਹੁੰਦੀ ਹੈ, ਜਿਹਦੇ ਵਿੱਚ ਕੁਛ ਨਾ ਕੁਛ ਪ੍ਰਾਪਤ ਹੁੰਦਾ ਆ। ਤਾਂ ਉਹ ਹੁੰਦਾ ਤਾਂ ਆ ਜਿਹੜੇ ਪੂਰਬਲੇ ਸਾਡੇ ਕਰਮ ਆ ਉਹਨਾਂ ਦੇ ਥਰੂ। ਅਤੇ ਜਦੋਂ ਫਿਰ ਬੰਦੇ ਨੂੰ ਨਾਲ ਕੋਈ ਸੱਚਾ ਉਸਤਾਦ ਮਿਲ ਜਾਂਦਾ ਹੈ ਜਿਹੜਾ ਉਹਨੂੰ ਰਸਤਾ ਦੱਸਣ ਵਾਲਾ ਹੋਵੇ, ਕਿਉਂਕਿ ਗੁਰਬਾਣੀ ਵਿੱਚ ਵੀ ਬਾਰ-ਬਾਰ ਹੁੰਦਾ ਗੁਰੂ ਤੋਂ ਬਗੈਰ ਪਤ ਨਹੀਂ। ਉਹੀ ਗੁਰੂ ਦੇ ਆ ਜਿਹੜਾ ਸੱਚੇ ਸ਼ਬਦ ਗੁਰੂ ਦੇ ਨਾਲ ਜੋੜਦਾ। ਪਰ ਜਦੋਂ ਅੰਦਰ ਲਗਨ ਲੱਗੀ ਹੋਵੇ, ਅੰਦਰ ਭੁੱਖ ਜਗੀ ਹੋਵੇ, ਅਤੇ ਫਿਰ ਉਹ ਸ਼ਬਦ ਗੁਰੂ ਜਿਹੜਾ ਆ ਉਹ ਐਸਾ ਅਕਾਲ ਪੁਰਖ ਵਾਹਿਗੁਰੂ ਕੋਈ ਵਿਧ ਬਣਾਉਣ ਦਾ, ਕੋਈ ਸੱਚਾ ਇਨਸਾਨ, ਸੱਚਾ ਸ਼ਬਦ, ਸੱਚਾ ਸੰਤ ਜਿਹੜਾ ਉਹਨੂੰ ਮਿਲਾ ਦੇਣਾ, ਜਿਹਦੇ ਨਾਲ ਇਹ ਜਿਹੜੇ ਕਵੀ
ਜਨ ਹੈਗੇ ਆ, ਉਹ ਕਵਿਤਾਵਾਂ ਲਿਖ ਕੇ ਤੇ ਉਹਦੇ ਨਾਲ ਇਹ ਕਵਿਤਾਵਾਂ ਦੇ ਬੜੇ ਤਰ੍ਹਾਂ ਦੇ ਹਾਸ ਰੱਖ ਵੀ ਹੁੰਦੇ ਆ, ਸੂਰਮਤਾਈ ਵਾਲੇ ਵੀ ਹੁੰਦੇ ਆ, ਵੀਰ ਰਸ ਵਾਲੇ ਵੀ ਹੁੰਦੇ ਆ। ਕੋਈ ਵੀਰ ਰਸ ਵਾਲੀ ਇੱਕ ਕਵਿਤਾ ਛੋਟੀ ਜੀ ਜਿਹੜੀ ਕੋਈ ਸੁਣਾ ਸਕਦੇ? ਵੀਰ ਰਸ ਦੀ ਕਵਿਤਾ ਲਓ ਜੀ, ਉਹ ਮੈਂ ਤੁਹਾਨੂੰ ਸੁਣਾਉਣਾ, ਉਹ ਸ਼ਾਇਦ ਤੁਸੀਂ ਪਹਿਲਾਂ ਵੀ ਸੁਣੀ ਹੋਏਗੀ। ਮੁੱਦੇ ਮੁੰਹ ਡਿੱਗੀ ਪਈ ਮਨੁੱਖਤਾ ਨੂੰ ਗੁਰੂ ਕਹਿੰਦੇ, ਮੁੱਦੇ ਮੁੰਹ ਡਿੱਗੀ ਪਈ ਮਨੁੱਖਤਾ ਨੂੰ ਗੁਰੂ ਕਹਿੰਦੇ, ਉੱਠ ਤੇਰੇ ਮੱਥੇ ਉੱਤੇ ਕਲਗੀ ਸਜਾ ਦਿਆਂ, ਪੈਰਾਂ ਵਿੱਚ ਡਿੱਗਿਆ ਪੈਰਾਂ ਤੇ ਖਲਾਰਾਂ ਤੈਨੂੰ, ਵੱਡੇ ਜਰਵਾਣੇ ਤੇਰੇ ਪੈਰਾਂ ਤੇ ਝੁਕਾ ਦਿਆਂ, ਦੁਨੀਆ ਦੇ ਵਿੱਚ ਤੇਰੀ ਤੇਗ ਦੀ ਜਮਾਵਾਂ ਤਾਂ, ਕੱਲਾ ਹੋਵੇਂ ਤੂੰ ਨਾਲ ਲੱਖਾਂ ਦੇ ਲੜਾ ਦਿਆਂ, ਮੌਤ ਵਾਲਾ ਡਰ ਮੁਕੇ ਕੱਟਦਾ 84 ਤੇਰੀ, 5 ਦੇ ਕਕਾਰ ਪੌਲ ਖੰਡੇ ਦੀ ਛਕਾ ਦਿਆਂ। ਬਹੁਤ ਹੀ ਅੱਛੀ ਕਵਿਤਾ। ਦੇਖੋ ਇਹਨਾਂ ਲਫ਼ਜ਼ਾਂ ਦੇ ਥੋੜ੍ਹੀ ਦੇਰ ਵਾਸਤੇ ਬੰਦਾ ਕਿੰਨਾ ਕੁਛ ਉਹਦੇ ਸਾਹਮਣੇ ਆ ਜਾਂਦਾ ਕਿ ਡਿੱਗੇ ਹੋਏ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਰਕੇ ਦਿਖਾਇਆ, ਲਤਾੜੇ ਹੋਏ ਨੂੰ ਜਿਹਦੇ ਉੱਤੋਂ ਦੀ ਲੰਘੀ ਜਾਂਦੇ ਲੋਕ, ਜਿਹਨੂੰ ਸਮਾਜ ਦੇ ਵਿੱਚ ਕੋਈ ਨਹੀਂ ਪੁੱਛਦਾ, ਗੁਰੂ ਸਾਹਿਬ ਕਹਿੰਦੇ ਆ ਮੈਨੂੰ ਬਾਂਹ ਫੜਾ ਤੇ ਅੰਮ੍ਰਿਤ ਦੀ ਦਾਤ ਦੇ ਕੇ ਤੈਨੂੰ ਗੁਰੂ ਵਾਲ ਬਣਾ ਕੇ ਤੈਨੂੰ ਰਾਜਾ ਬਣਾ ਦੇਵਾਂ, ਤੇਰੇ ਮੱਥੇ ਤੇ ਕਲਗੀ ਸਜਾ ਦੇਵਾਂ, ਤੈਨੂੰ ਕੋਈ ਦੁਨੀਆ ਦੀ ਤਾਕਤ ਜਿਹੜੀ ਆ ਉਹ ਰੋਕ ਨਹੀਂ ਸਕਦੀ, ਤੇਰੇ ਉੱਤੇ ਕੋਈ ਜ਼ੁਲਮ ਨਹੀਂ ਕਰ ਸਕਦਾ। ਆ ਇੱਕ ਵਾਰੀ ਤੂੰ ਮੇਰੇ ਨਾਲ ਜੁੜ ਜਾ, ਮੈਨੂੰ ਆਪਣੀ ਬਾਂਹ ਫੜਾ ਦੇ। ਇਹੀ ਅੱਜ ਦੇ ਤੁਸੀਂ ਤੂੰ ਦੇ ਪ੍ਰੋਗਰਾਮ ਵਿੱਚ ਅਸੀਂ ਸਿੱਖਣਾ ਚਾਹੁੰਦੇ ਹਾਂ, ਕਰਨਾ ਚਾਹੁੰਦੇ ਹਾਂ, ਸੁਣਨਾ ਚਾਹੁੰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਬੜਾ ਬਿਆਨ ਆ, ਉਹ ਪਤਾ ਨਹੀਂ ਕਿਹੜੇ ਸਮੇਂ ਕਿਹੜੇ ਦੇ ਕੋਲੋਂ ਕੀ ਲਿਖਾ ਸਕਦਾ, ਕੀ ਬੁਲਾ ਸਕਦਾ। ਆਪਾਂ ਵੀ ਕੋਸ਼ਿਸ਼ ਕਰੀਏ ਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਵਿੱਚ ਵੀ ਕੋਈ ਐਸਾ ਗੁਣ ਭਰੇ ਜਿਹਦੇ ਨਾਲ ਅਸੀਂ ਆਪਣੇ ਜੀਵਨ ਦੇ ਵਿੱਚ ਸੰਘਰਸ਼ ਕਰ ਸਕੀਏ, ਲੜ ਸਕੀਏ, ਪ੍ਰਾਪਤੀ ਕਰ ਸਕੀਏ। 1 ਮਿੰਟ ਵਾਸਤੇ ਅਸੀਂ ਸਿਮਰਨ ਕਰਦੇ ਹਾਂ। ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਤੂੰ, 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 ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।